ਜੀਵਨ ਦਾ ਇੱਕ ਕੁਦਰਤੀ ਨਿਯਮ ਹੈ ਕਿ ਸਾਨੂੰ ਆਪਣੇ ਦੁੱਖ ਤੋਂ ਪੀੜ ਹੁੰਦੀ ਹੈ, ਦੂਜੇ ਦੇ ਸੁੱਖ ਤੋਂ ਦੁੱਖ ਹੁੰਦਾ ਹੈ। ਸਹਿਜ ਅਜਿਹਾ ਹੈ, ਤੁਸੀਂ ਕਿੰਨਾ ਹੀ ਜਤਾਉਂਦੇ ਹੋਵੋ ਦੂਜਿਆਂ ਦੇ ਸੁੱਖ ਵਿੱਚ ਸੁੱਖ ਝੂਠਾ ਹੁੰਦਾ ਹੈ, ਗਹਿਰੇ 'ਚ ਪੀੜ ਹੁੰਦੀ ਹੈ। ਜੇ ਇਹ ਸੱਚ ਹੈ ਦੂਜੇ ਦੇ ਸੁੱਖ 'ਚ ਪੀੜ ਹੁੰਦੀ ਹੈ, ਜਦ ਤੁਹਾਡੇ ਗੁਆਂਢ ਵਿੱਚ ਕਿਸੇ ਦਾ ਮਕਾਨ ਵੱਡਾ ਬਣ ਜਾਂਦਾ ਹੈ ਤਾਂ ਭਾਵੇਂ ਉਹ ਤੁਹਾਡਾ ਮਿੱਤਰ ਹੀ ਹੋਵੇ, ਤੁਸੀਂ ਕਹਿੰਦੇ ਹੋ ਬੜੀ ਖੁਸ਼ੀ ਦੀ ਗੱਲ ਹੈ ਕਿ ਚੰਗਾ ਮਕਾਨ ਬਣ ਗਿਆ। ਲੇਕਿਨ ਆਪਣੇ ਅੰਦਰ ਗਹਿਰੇ 'ਚ ਖੋਜਣਾ, ਉੱਥੇ ਕੋਈ ਕੰਡਾ ਚੁਭਦਾ ਹੈ, ਕਿਤੇ ਕੋਈ ਦੁੱਖ ਮਨ ਨੂੰ ਘੇਰਦਾ ਹੈ, ਦੂਜੇ ਦੇ ਸੁੱਖ ਵਿੱਚ ਦੁੱਖ ਹੁੰਦਾ ਹੈ। ਇਸ ਨੂੰ ਠੀਕ ਤਰ੍ਹਾਂ ਨਾਲ ਸਮਝੋ ਤਾਂ ਚੰਗਾ ਹੈ। ਇਸ ਨੂੰ ਝੂਠ ਦੱਸਣ ਵਿੱਚ ਕੋਈ ਵੀ ਸਾਰ ਨਹੀਂ ਹੈ। ਜੇ ਇਹ ਸੱਚ ਹੈ ਤਾਂ ਫਿਰ ਦੂਜਿਆਂ ਦੇ ਦੁੱਖ ਵਿੱਚ ਤੁਹਾਨੂੰ ਸੁੱਖ ਹੁੰਦਾ ਹੋਵੇਗਾ। ਕਦੇ ਦੇਖਣਾ ਕਿਸੇ ਦੇ ਮਕਾਨ ਵਿੱਚ ਅੱਗ ਲੱਗ ਗਈ, ਤੁਸੀਂ ਕਹੋਗੇ ਇਹ ਗੱਲ ਕੁਝ ਜੱਚਦੀ ਨਹੀਂ ਹੈ। ਦੂਜੇ ਦੇ ਸੁੱਖ ਵਿੱਚ ਹੋ ਸਕਦੀ ਹੈ ਈਰਖਾ, ਪੀੜ ਹੈ, ਲੇਕਿਨ ਦੂਜੇ ਦੇ ਦੁੱਖ ਵਿੱਚ ਸੁੱਖ ਨਹੀਂ ਹੁੰਦਾ। ਮਕਾਨ 'ਚ ਅੱਗ ਲੱਗਣ ਨਾਲ ਅਸੀਂ ਵੀ ਦੁਖੀ ਹੁੰਦੇ ਹਾਂ, ਪਰ ਜਦ ਕਿਸੇ ਦੇ ਮਕਾਨ ਵਿੱਚ ਅੱਗ ਲੱਗਦੀ ਹੈ ਤੁਸੀਂ ਹਮਦਰਦੀ ਪ੍ਰਗਟ ਕਰਨ ਲਈ ਜਾਂਦੇ ਹੋ, ਤਦ ਜ਼ਰਾ ਧਿਆਨ ਦੇਣਾ ਹਮਦਰਦੀ ਵਿੱਚ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਹੈ। ਆਏਗਾ ਹੀ। ਲੋਕ ਹਮਦਰਦੀ ਪ੍ਰਗਟ ਕਰਨ ਵਿੱਚ ਮਜ਼ਾ ਲੈਂਦੇ ਹਨ। ਮਜ਼ਾ ਕਈ ਤਰ੍ਹਾਂ ਦਾ ਹੈ। ਇੱਕ ਤਾਂ ਅਸੀਂ ਹਮਦਰਦੀ ਪ੍ਰਗਟ ਕਰ ਰਹੇ ਹਾਂ, ਤੂੰ ਇਸ ਹਾਲਤ ਵਿੱਚ ਆ ਗਿਆ ਜਿਸ 'ਤੇ ਹਮਦਰਦੀ ਪ੍ਰਗਟ ਕੀਤੀ ਜਾ ਸਕਦੀ ਹੈ। ਤੂੰ ਹੇਠ ਹੈ, ਅਸੀਂ ਉੱਪਰ ਹਾਂ। ਤੁਸੀਂ ਕਦੇ ਖਿਆਲ ਕੀਤਾ ਹੈ ਜਦ ਕੋਈ ਬਹੁਤ ਹਮਦਰਦੀ ਤੁਹਾਡੇ ਪ੍ਰਤੀ ਜ਼ਾਹਰ ਕਰਨ ਲੱਗਦਾ ਹੈ ਤਾਂ ਤੁਹਾਨੂੰ ਰਤਾ ਪੀੜ ਹੁੰਦੀ ਹੈ ਕਿ ਅੱਛਾ ਕੋਈ ਗੱਲ ਨਹੀਂ, ਕਦੇ ਭਗਵਾਨ ਸਾਨੂੰ ਵੀ ਮੌਕਾ ਦੇਵੇਗਾ। ਠਹਿਰ ਕੁਝ ਦਿਨ, ਛੇਤੀ ਉਹ ਵੇਲਾ ਆਏਗਾ ਜਦ ਅਸੀਂ ਵੀ ਹਮਦਰਦੀ ਜ਼ਾਹਿਰ ਕਰ ਸਕਾਂਗੇ। ਅਜਿਹਾ ਵੀ ਕੀ ਹੈ, ਇੰਨਾ ਖੁਸ਼ ਨਾ ਹੋ। ਜੇ ਤੁਸੀਂ ਕਿਸੇ ਦੇ ਪ੍ਰਤੀ ਹਮਦਰਦੀ ਪ੍ਰਗਟ ਕਰ ਰਹੇ ਹੋਵੋ, ਉਹ ਕਹੇ ਕਿਉਂ ਫਜ਼ੂਲ ਦੀਆਂ ਗੱਲਾਂ ਕਰ ਰਹੇ ਆ, ਤਾਂ ਤੁਹਾਨੂੰ ਬਹੁਤ ਪੀੜ ਹੁੰਦੀ ਹੈ। ਇੱਕ ਅਵਸਰ ਖੋਹ ਲਿਆ ਉਹਨੇ ਤੁਹਾਥੋਂ। ਇਸ ਨੂੰ ਜਰਾ ਗਹਿਰੇ 'ਚ ਖੋਜਣਾ, ਕਿਉਂਕਿ ਅਚੇਤਨ ਹੈ। ਜਦ ਤੁਸੀਂ ਹਮਦਰਦੀ ਪ੍ਰਗਟ ਕਰਦੇ ਹੋ ਤਾਂ ਮਨ ਵਿੱਚ ਰਸ ਆਉਂਦਾ ਹੈ, ਚੰਗਾ ਲੱਗਦਾ ਹੈ। ਭਾਵੇਂ ਚੇਤਨ ਰੂਪ ਵਿੱਚ ਤੁਹਾਨੂੰ ਪਤਾ ਹੀ ਨਾ ਹੋਵੇ। ਦੂਜੇ ਦੇ ਸੁੱਖ ਵਿੱਚ ਜੇਕਰ ਪੀੜ ਹੁੰਦੀ ਹੈ, ਦੂਜੇ ਦੇ ਦੁੱਖ ਵਿੱਚ ਪੀੜ ਨਹੀਂ ਹੋ ਸਕਦੀ। ਕਿਵੇਂ ਹੋਵੇਗੀ? ਆਪਣੇ ਦੁੱਖ ਵਿੱਚ ਪੀੜ ਹੁੰਦੀ ਹੈ, ਆਪਣੇ ਸੁੱਖ ਵਿੱਚ ਸੁੱਖ ਹੁੰਦਾ ਹੈ। ਇਹ ਸਹਿਜ ਹੈ ਆਦਮੀ ਦਾ। ਇਹ ਸੂਤਰ ਕਹਿੰਦਾ ਹੈ ਇਸ ਆਦਮੀ ਨੂੰ ਉਲਟਾ ਕਰ ਲੈਣਾ ਤਾਂ ਅੱਗੇ ਹੀ ਗਤੀ ਹੋਵੇਗੀ। ਇੱਕ ਸੀਮਾ 'ਤੇ ਆ ਕੇ ਜੇਕਰ ਆਦਮੀ ਇਸ ਬਿਰਤੀ ਨੂੰ ਬਦਲ ਨਾ ਲਵੇ ਤਾਂ ਉਹ ਸੰਸਾਰ ਦੇ ਬਾਹਰ ਨਹੀਂ ਜਾ ਸਕਦਾ। ਇਹ ਸੰਸਾਰ ਦਾ ਨਿਯਮ ਹੈ। ਇਸ ਨਿਯਮ ਨੂੰ ਬਦਲਦਿਆਂ ਹੀ ਤੁਸੀਂ ਸੰਸਾਰ ਦੇ ਬਾਹਰ ਹੋਣਾ ਸ਼ੁਰੂ ਹੋ ਜਾਂਦੇ ਹੋ। ਇਸ ਦਾ ਮਤਲਬ ਇਹ ਹੋਇਆ ਕਿ ਆਪਣੇ ਦੁੱਖ ਨੂੰ ਝੱਲਣਾ ਸਿੱਖਣਾ। ਸਿਰਫ ਝੱਲਣਾ ਹੀ ਕਹਿਣਾ ਠੀਕ ਨਹੀਂ, ਸ਼ੁਰੂ ਵਿੱਚ ਝੱਲਣਾ ਸਿੱਖਣਾ। ਫਿਰ ਜਿਵੇਂ ਜਿਵੇਂ ਝੱਲਣ ਦੀ ਸਮਰੱਥਾ ਵੱਧ ਜਾਵੇ, ਆਪਣੇ ਦੁੱਖ ਵਿੱਚ ਇੱਕ ਤਰ੍ਹਾਂ ਨਾਲ ਸੁੱਖ ਵੀ ਲੈਣਾ ਸਿੱਖਣਾ। ਉਹ ਜ਼ਰਾ ਕਠਿਨ ਹੈ, ਪਰ ਹੋ ਸਕਦਾ ਹੈ। ਦੂਜੇ ਦੇ ਸੁੱਖ ਵਿੱਚ ਦੁੱਖ ਲੈਣਾ ਬੰਦ ਕਰਨਾ। ਜਿਵੇਂ ਜਿਵੇਂ ਸਮਰੱਥਾ ਵੱਧਦੀ ਹੈ, ਦੂਜੇ ਦੇ ਸੁੱਖ ਵਿੱਚ ਸੁੱਖ ਲੈਣਾ ਸ਼ੁਰੂ ਕਰਨਾ। ਦੂਜੇ ਦੇ ਦੁੱਖ ਵਿੱਚ ਪੀੜਤ ਹੋਣਾ, ਦੂਜੇ ਦੇ ਦੁੱਖ ਲਈ ਬਹੁਤ ਨਾਜ਼ੁਕ ਹੋ ਜਾਣਾ, ਸੰਵੇਦਨਸ਼ੀਲ ਹੋ ਜਾਣਾ, ਸੈਂਸਿਟਿਵ ਹੋ ਜਾਣਾ। ਆਪਣੇ ਦੁੱਖ ਦੇ ਲਈ ਬਹੁਤ ਕਠੋਰ ਹੋ ਜਾਣਾ, ਮਜ਼ਬੂਤ ਹੋ ਜਾਣਾ। ਇਹ ਸੂਤਰ ਕਹਿੰਦਾ ਹੈ ਦੂਜੇ ਦੇ ਦੁੱਖਾਂ ਲਈ ਅਜਿਹੇ ਬਣ ਜਾਣਾ ਜਿਵੇਂ ਅੰਬ ਦਾ ਪੱਕਿਆ ਹੋਇਆ ਫਲ। ਦੂਜੇ ਦੇ ਦੁੱਖਾਂ ਲਈ ਅੰਬ ਦਾ ਰਸ, ਅੰਬ ਦਾ ਗੁੱਦਾ। ਆਪਣੇ ਦੁੱਖਾਂ ਤੇ ਪੀੜ ਦੇ ਲਈ ਗੁਠਲੀ ਦੀ ਤਰ੍ਹਾਂ ਮਜ਼ਬੂਤ ਬਣਨਾ। ਅੰਬ ਦੀ ਗੁਠਲੀ ਵਾਂਗ ਆਪਣੀ ਪੀੜ ਨੂੰ ਝੱਲਣਾ, ਆਪਣੀ ਪੀੜ ਨੂੰ ਹੌਲੀ ਹੌਲੀ ਸਵੀਕਾਰ ਕਰਨਾ, ਆਪਣੀ ਪੀੜ ਨੂੰ ਸੁਖਾਵੀ ਮਹਿਸੂਸ ਕਰਨਾ। ਕਠਿਨ ਹੈ, ਬਹੁਤ ਕਠਿਨ ਹੈ। ਮਨ ਨੂੰ ਸਮਝ ਵਿੱਚ ਵੀ ਨਹੀਂ ਆਉਂਦੀ ਇਹ ਗੱਲ। ਮਨ ਨੂੰ ਸਮਝ ਵਿੱਚ ਆਏਗਾ ਵੀ ਨਹੀਂ, ਕਿਉਂਕਿ ਮਨ ਉਸ ਨਿਯਮ ਨੂੰ ਮੰਨਦਾ ਹੈ ਜਿਸ ਵਿੱਚ ਆਪਣੀ ਪੀੜ ਤੇ ਦੂਜੇ ਦੀ ਪੀੜ ਨਹੀਂ ਲੱਗਦੀ, ਜਿਸ ਵਿੱਚ ਆਪਣਾ ਸੁੱਖ ਤੇ ਦੂਜੇ ਦਾ ਸੁੱਖ ਨਹੀਂ ਲੱਗਦਾ। ਇਸ ਲਈ ਮਨ ਦੀ ਸਮਝ ਵਿੱਚ ਵੀ ਨਹੀਂ ਆਏਗਾ। ਸਾਧਕ ਜੇਕਰ ਥੋੜ੍ਹੀਆਂ ਥੋੜ੍ਹੀਆਂ ਚੇਸ਼ਟਾਵਾਂ ਕਰੇ ਤਾਂ ਇਸ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਣਗੇ। ਬੜੇ ਨਿਆਰੇ ਅਨੁਭਵ ਹੋਣਗੇ। ਜੇਕਰ ਦੂਜੇ ਦੇ ਸੁੱਖ 'ਚ ਤੁਸੀਂ ਸੁੱਖ ਮਹਿਸੂਸ ਕਰਨ ਲੱਗੋਗੇ
ਤਾਂ ਤੁਹਾਡੇ ਦੁੱਖ ਪਹਿਲਾਂ ਤਾਂ 1000 ਗੁਣਾ ਇੱਕਦਮ ਘੱਟ ਹੋ ਜਾਣਗੇ, ਕਿਉਂਕਿ ਸਾਡੇ ਬਹੁਤ ਸਾਰੇ ਦੁੱਖ ਆਪਣੇ ਦੁੱਖ ਨਹੀਂ ਹਨ, ਦੂਜੇ ਦੇ ਸੁੱਖਾਂ ਕਰਕੇ ਹਨ। ਤੁਹਾਡਾ ਝੋਪੜਾ ਛੋਟਾ ਹੈ, ਤੁਹਾਡਾ ਘਰ ਛੋਟਾ ਹੈ, ਅਜਿਹਾ ਤੁਹਾਡੇ ਝੋਪੜੇ ਜਾਂ ਘਰ ਦੇ ਕਾਰਨ ਨਹੀਂ, ਤੁਹਾਡੇ ਕੋਲ ਜੋ ਮਕਾਨ ਵੱਡੇ ਖੜੇ ਹਨ ਉਹਨਾਂ ਦੇ ਕਾਰਨ ਹੈ। ਤੁਹਾਡੀ ਪਤਨੀ ਸੁੰਦਰ ਨਹੀਂ, ਅਜਿਹਾ ਨਹੀਂ ਕਿ ਤੁਹਾਡੀ ਪਤਨੀ ਸੁੰਦਰ ਨਹੀਂ, ਉਹ ਜੋ ਹੋਰਨਾਂ ਦੀਆਂ ਪਤਨੀਆਂ ਸੁੰਦਰ ਹਨ ਉਸ ਦੇ ਕਾਰਨ ਹਨ, ਤੁਲਨਾ ਕਾਰਨ ਹਨ। ਦੂਜਿਆਂ ਦੇ ਸੁੱਖ ਨੇ 4 ਚੁਫੇਰਿਓਂ ਘੇਰਿਆ ਹੋਇਆ ਹੈ, ਸਭ ਸੁਖੀ ਪ੍ਰਤੀਤ ਹੋ ਰਹੇ ਨੇ ਸਿਰਫ ਤੁਹਾਨੂੰ ਛੱਡ ਕੇ। ਦੂਜੇ ਵੀ ਇਹੀ ਮੰਨਦੇ ਹਨ। ਸਭ ਦੀ ਦ੍ਰਿਸ਼ਟੀ ਇਹੀ ਹੈ ਕਿ ਮੈਥੋਂ ਸਿਵਾਏ ਸਾਰਾ ਜਗਤ ਸੁਖੀ ਹੈ। ਹੇ ਪਰਮਾਤਮਾ, ਮੇਰੇ ਤੇ ਹੀ ਕਿਉਂ ਇੰਨਾ ਨਾਰਾਜ਼ ਹਾਂ ਤੂੰ? ਮੈਂ ਅਜਿਹਾ ਕੀ ਵਿਗਾੜਿਆ ਤੇਰਾ? ਸਭ ਸੁਖੀ ਦਿਖਾਈ ਦੇ ਰਹੇ ਨੇ, ਇਹ ਸਭ ਕਹਿ ਰਹੇ ਹਨ। ਦੂਜਿਆਂ ਦਾ ਸੁੱਖ ਦਿਖਾਈ ਪੈਂਦਾ ਹੈ, ਆਪਣਾ ਦੁੱਖ ਦਿਖਾਈ ਪੈਂਦਾ ਹੈ। ਆਪਣਾ ਸੁੱਖ ਨਹੀਂ ਦਿਸਦਾ, ਦੂਜਿਆਂ ਦਾ ਦੁੱਖ ਨਹੀਂ ਨਜ਼ਰ ਆਉਂਦਾ। ਮਨ ਦੇ ਜਿਸ ਨਿਯਮ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਇਹੀ ਹੋਵੇਗਾ, ਇਹੀ ਹੈ। ਆਪਣਾ ਸੁੱਖ ਅਸੀਂ ਮੰਨ ਲੈਂਦੇ ਹਾਂ, ਉਸ ਵਿੱਚ ਕੀ ਸੁੱਖ ਹੈ ਹੀ ਕੀ ਉਸ ਵਿੱਚ? ਜੇ ਤੁਹਾਡੇ ਕੋਲ 10,000 ਰੁਪਏ ਹਨ ਤਾਂ ਉਸ ਵਿੱਚ ਕੀ ਸੁੱਖ ਹੈ? 10,000 ਵੀ ਕੋਈ ਰੁਪਏ ਹੁੰਦੇ ਨੇ। ਉਹ ਤਾਂ ਜਿਸ ਕੋਲ 10 ਰੁਪਏ ਹੋਣ ਉਹਨੂੰ ਦਿਸ ਰਿਹਾ ਕਿ ਤੁਸੀਂ ਮਜ਼ਾ ਲੈ ਰਹੇ ਹੋ 10,000 ਰੁਪਏ ਦਾ, ਤੁਸੀਂ ਦੁੱਖ ਲੈ ਰਹੇ ਹੋ 10,000 ਰੁਪਏ ਦਾ, ਕਿਉਂਕਿ ਤੁਸੀਂ 10 ਵਾਲੇ ਨਾਲ ਖੁਦ ਨੂੰ ਨਹੀਂ ਤੋਲਦੇ, ਤੁਸੀਂ 10 ਲੱਖ ਵਾਲੇ ਨਾਲ ਤੋਲ ਰਹੇ ਹੋ ਖੁਦ ਨੂੰ। ਜਿੱਥੇ ਜਾਣਾ ਹੈ ਉੱਥੋਂ ਨਾਲ ਹੀ ਆਦਮੀ ਤੋਲਦਾ ਹੈ, ਤਾਂ 10 ਰੁਪਏ ਵਾਲੇ ਦੀ ਦੁਨੀਆ ਵਿੱਚ ਤਾਂ ਜਾਣਾ ਹੀ ਨਹੀਂ, ਜਾਣਾ ਤਾਂ 10 ਲੱਖ ਵਾਲੇ ਦੀ ਦੁਨੀਆ ਵਿੱਚ ਹੈ, ਤਾਂ ਤੋਲ ਹੈ। 10 ਰੁਪਏ ਵਾਲਾ ਦੁਖੀ ਹੈ 10,000 ਰੁਪਏ ਵਾਲੇ ਦੇ ਕਾਰਨ, 10 ਦੇ ਕਾਰਨ ਨਹੀਂ। 10,000 ਵਾਲਾ ਦੁਖੀ ਹੈ 10 ਲੱਖ ਵਾਲੇ ਦੇ ਕਾਰਨ, 10 ਲੱਖ ਵਾਲਾ ਦੁਖੀ ਹੈ 10 ਕਰੋੜ ਵਾਲੇ ਦੇ ਕਾਰਨ। ਇੱਥੇ ਸਭ ਦੁਖੀ ਨੇ, ਆਪਣੇ ਦੁੱਖ ਦੇ ਕਾਰਨ ਨਹੀਂ, ਦੂਜੇ ਦੇ ਸੁੱਖ ਦੇ ਕਾਰਨ ਦੁਖੀ ਨੇ। ਜਦ ਤੱਕ ਤੁਹਾਡੀ ਇਹ ਬਿਰਤੀ ਹੈ ਤਦ ਤੱਕ ਤੁਸੀਂ ਕਿਵੇਂ ਸੁਖੀ ਹੋ ਸਕਦੇ ਹੋ? 10 ਲੱਖ ਹੋਣ ਤਾਂ ਵੀ ਤੁਸੀਂ ਦੁਖੀ ਹੋਵੋਗੇ, 10 ਕਰੋੜ ਹੋਣ ਤਾਂ ਵੀ ਤੁਸੀਂ ਦੁਖੀ ਹੋਵੋਗੇ। ਕਿਤੇ ਵੀ ਹੋਵੋ, ਜਿਸ ਮਨ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਉਹ ਦੁੱਖ ਪੈਦਾ ਕਰੇਗਾ। ਸੁਖੀ ਹੋਣ ਦਾ ਕੋਈ ਉਪਾਅ ਹੈ ਹੀ ਨਹੀਂ। ਦੂਜੇ ਦੇ ਦੁੱਖ ਜੇਕਰ ਤੁਹਾਨੂੰ ਦਿਖਾਈ ਪੈਣ ਲੱਗਣ ਤਾਂ ਤੁਸੀਂ ਸੁਖੀ ਹੋਣਾ ਸ਼ੁਰੂ ਕਰ ਦੇਵੋਗੇ, ਤਦ ਤੁਹਾਡੇ 4 ਚੁਫੇਰੇ ਸੁੱਖ ਦਾ ਸਾਗਰ ਨਜ਼ਰ ਆਏਗਾ। ਮੈਂ ਸੁਣਿਆ ਹੈ ਇੱਕ ਫਕੀਰ ਸੀ ਜਨੂਨ, ਕੋਈ ਵੀ ਆਦਮੀ ਉਸ ਕੋਲ ਮਿਲਣ ਆਉਂਦਾ ਤਾਂ ਉਹ ਹੱਸਦਾ, ਖਿੜਖੜਾਉਂਦਾ ਤੇ ਨੱਚਦਾ ਮਿਲਦਾ। ਲੋਕ ਉਸ ਨੂੰ ਪੁੱਛਦੇ ਕੀ ਗੱਲ ਹੈ? ਉਹ ਕਹਿੰਦਾ ਇੱਕ ਤਰਕੀਬ ਮੈਂ ਸਿੱਖ ਲਈ ਹੈ ਸੁਖੀ ਹੋਣ ਦੀ। ਮੈਂ ਹਰ ਆਦਮੀ ਵਿੱਚ ਉਹ ਕਾਰਨ ਲੱਭ ਲੈਂਦਾ ਹਾਂ ਜਿਸ ਨਾਲ ਮੈਂ ਸੁਖੀ ਹੋ ਜਾਂਦਾ। ਇੱਕ ਆਦਮੀ ਆਇਆ, ਉਸ ਕੋਲ ਇੱਕ ਅੱਖ ਸੀ। ਜਨੂਨ ਨੱਚਣ ਲੱਗਿਆ, ਇਹ ਕੀ ਮਾਮਲਾ ਹੈ? ਉਸਨੇ ਕਿਹਾ, ਤੂੰ ਮੈਨੂੰ ਬੜਾ ਸੁਖੀ ਕਰ ਦਿੱਤਾ, ਮੇਰੇ ਕੋਲ 2 ਅੱਖਾਂ ਹਨ। ਹੇ ਪ੍ਰਭੂ, ਇਸ ਵਿੱਚ ਤੇਰਾ ਧੰਨਵਾਦ। ਇੱਕ ਲੰਗੜੇ ਆਦਮੀ ਨੂੰ ਦੇਖ ਕੇ ਉਹ ਸੜਕ ਉੱਤੇ ਨੱਚਣ ਲੱਗਿਆ, ਖੁਸ਼ ਹੋਣ ਲੱਗਿਆ। ਉਸਨੇ ਕਿਹਾ, ਕੀ ਗਜ਼ਬ, ਆਪਣੀ ਕੋਈ ਪਾਤਰਤਾ ਨਹੀਂ ਸੀ, 2 ਲੱਤਾਂ ਦਿੱਤੀਆਂ ਨੇ ਪਰਮਾਤਮਾ ਨੇ। ਇੱਕ ਮੁਰਦੇ ਦੀ ਲਾਸ਼, ਮੁਰਦੇ ਨੂੰ ਲੋਕ ਮੜੀਆਂ 'ਤੇ ਲਿਜਾ ਰਹੇ ਸੀ। ਜਨੂਨ ਨੇ ਕਿਹਾ, ਅਸੀਂ ਅਜੇ ਜਿਉਂਦੇ ਹਾਂ, ਕੋਈ ਪਾਤਰਤਾ ਵੀ ਨਹੀਂ ਹੈ, ਕੋਈ ਕਾਰਨ ਵੀ ਨਹੀਂ ਹੈ। ਜੇ ਅਸੀਂ ਮਰ ਗਏ ਹੁੰਦੇ ਇਸ ਆਦਮੀ ਦੀ ਥਾਂ ਤਾਂ ਕੋਈ ਸ਼ਿਕਾਇਤ ਕਰਨ ਦਾ ਵੀ ਕੋਈ ਉਪਾਅ ਨਾ ਹੁੰਦਾ। ਉਸ ਦੀ ਬੜੀ ਕਿਰਪਾ ਹੈ, ਉਸ ਪਰਮਾਤਮਾ ਦੀ ਬੜੀ ਕਿਰਪਾ ਹੈ। ਸੁਣਿਆ ਮੈਂ ਕਿ ਇੱਕ ਯਹੂਦੀ ਫਕੀਰ ਹੋਇਆ, ਹਸੀਦ ਫਕੀਰ ਬਾਲਸੇਨ। ਇੱਕ ਈਸਾਈ ਪਾਦਰੀ ਬਾਲਸੇਨ ਦੇ ਗਿਆਨ ਤੋਂ ਪ੍ਰਭਾਵਿਤ ਸੀ। ਯਹੂਦੀ ਅਤੇ ਈਸਾਈਆਂ 'ਚ ਤਾਂ ਬੜੀ ਦੁਸ਼ਮਣੀ ਸੀ, ਲੇਕਿਨ ਬਾਲਸੇਨ ਆਦਮੀ ਕੰਮ ਦਾ ਹੈ। ਤਾਂ ਕਦੇ ਕਦੇ ਇਕਾਂਤ ਵਿੱਚ ਉਸ ਯਹੂਦੀ ਦੇ ਕੋਲ ਈਸਾਈ ਪਾਦਰੀ ਮਿਲਣ ਜਾਂਦਾ ਸੀ। ਇੱਕ ਦਿਨ ਈਸਾਈ ਪਾਦਰੀ ਨੇ ਪੁੱਛਿਆ, ਤੁਸੀਂ ਯਹੂਦੀਆਂ ਦਾ ਤਰਕ ਕਿਹੋ ਜਿਹਾ ਹੈ? ਤੁਸੀਂ ਸੋਚਦੇ ਕਿਸ ਢੰਗ ਨਾਲ ਹੋ? ਕਿਉਂਕਿ ਤੁਹਾਡੇ ਸੋਚਣ ਦੇ ਮੁਕਾਬਲੇ ਕੋਈ ਤਰਕ ਨਹੀਂ ਦਿਸਦਾ। ਤੁਸੀਂ ਜਿਸ ਕੰਮ ਵਿੱਚ ਲੱਗਦੇ ਹੋ ਸਫਲ ਹੋ ਜਾਂਦੇ ਹੋ।
ਤੁਸੀਂ ਜਿੱਥੇ ਹੱਥ ਚੁੱਕਦੇ ਹੋ ਉੱਥੇ ਹੀ ਸਫਲਤਾ ਪਾਉਂਦੇ ਹੋ। ਮਿੱਟੀ ਛੋਂਦੇ ਹੋ ਤਾਂ ਸੋਨਾ ਬਣ ਜਾਂਦੀ ਹੈ। ਤੁਹਾਡਾ ਕੀ ਤਰਕ ਹੈ? ਵਿਵਸਥਾ ਕੀ ਹੈ ਤੁਹਾਡੀ ਸੋਚਣ ਦੀ? ਤਾਂ ਬਾਲ ਸੈਨ ਨੇ ਕਿਹਾ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ। ਦੋ ਆਦਮੀ ਇੱਕ ਮਕਾਨ ਦੀ ਚਿਮਨੀ ਰਾਹੀਂ ਅੰਦਰ ਦਾਖਲ ਹੋਏ। ਦੋਹਾਂ ਨੇ ਸਫੈਦ ਕੱਪੜੇ ਪਹਿਨੇ ਹੋਏ ਸਨ। ਚਿਮਨੀ ਧੂਏ ਨਾਲ ਕਾਲੀ ਸੀ। ਇੱਕ ਆਦਮੀ ਬਿਲਕੁਲ ਸਾਫ ਸੁਥਰਾ ਚਿਮਨੀ ਦੇ ਬਾਹਰ ਆਇਆ, ਜਰਾ ਵੀ ਦਾਗ ਨਹੀਂ। ਦੂਜਾ ਆਦਮੀ ਕਾਲਖ ਦਾ ਲਿਬੜਿਆ ਹੋਇਆ ਬਾਹਰ ਨਿਕਲਿਆ, ਇੱਕ ਵੀ ਥਾਂ ਸਾਫ਼ ਨਹੀਂ ਸੀ ਬਚਿਆ। ਤਾਂ ਮੈਂ ਥੋਥੋਂ ਪੁੱਛਦਾ ਹਾਂ, ਇਹਨਾਂ ਦੋਨਾਂ ਵਿੱਚੋਂ ਕੌਣ ਇਸ਼ਨਾਨ ਕਰੇਗਾ? ਤਾਂ ਪਾਦਰੀ ਨੇ ਕਿਹਾ, ਇਹ ਕੋਈ ਪੁੱਛਣ ਵਾਲੀ ਗੱਲ ਹੈ? ਕਿ ਤੂੰ ਮੈਨੂੰ ਇੰਨਾ ਮੂਰਖ ਸਮਝ ਰੱਖਿਆ? ਜਿਹੜਾ ਕਾਲਾ ਹੋ ਗਿਆ, ਕਾਲਖ ਨਾਲ ਭਰ ਗਿਆ, ਉਹ ਇਸ਼ਨਾਨ ਕਰੇਗਾ। ਬਾਲ ਸੈਨ ਨੇ ਕਿਹਾ, ਇਹੀ ਯਹੂਦੀ ਤਰਕ ਦੇ ਵਿੱਚ ਫਰਕ ਹੈ। ਜਿਸ ਆਦਮੀ ਨੇ ਸਫੈਦ ਕੱਪੜੇ ਪਹਿਨੇ ਹੋਏ ਹਨ ਉਹ ਇਸ਼ਨਾਨ ਕਰੇਗਾ। ਉਸਨੇ ਕਿਹਾ, ਹੱਦ ਹੋ ਗਈ, ਕੀ ਮਤਲਬ? ਮੈਨੂੰ ਸਮਝ ਨਹੀਂ ਆਈ। ਤਾਂ ਬਾਲ ਸੈਨ ਨੇ ਕਿਹਾ, ਜਿਹੜੇ ਆਦਮੀ ਨੇ ਸਫੈਦ ਕੱਪੜੇ ਪਹਿਨੇ ਹੋਏ ਹਨ ਉਹ ਆਪਣੇ ਮਿੱਤਰ ਦੀ ਹਾਲਤ ਦੇਖੇਗਾ ਜਿਸ ਦੇ ਕੱਪੜੇ ਕਾਲੇ ਹੋ ਗਏ ਹਨ। ਉਹ ਆਪਣੀ ਮਿੱਤਰ ਦੀ ਹਾਲਤ ਨੂੰ ਦੇਖ ਕੇ ਖੁਦ ਇਸ਼ਨਾਨ ਕਰੇਗਾ, ਕਿਉਂਕਿ ਦੁਨੀਆ ਵਿੱਚ ਹਰ ਆਦਮੀ ਦੂਜੇ ਦੀ ਹਾਲਤ ਦੇਖ ਰਿਹਾ ਹੈ। ਇਸ ਲਈ ਮੈਂ ਕਹਿੰਦਾ ਹਾਂ, ਜਿਸ ਦੇ ਕੱਪੜੇ ਸਫੈਦ ਹਨ ਉਹ ਇਸ਼ਨਾਨ ਕਰੇਗਾ, ਕਿਉਂਕਿ ਉਹ ਸਮਝੇਗਾ ਕਿਹੋ ਜਿਹੀ ਗੰਦੀ ਹਾਲਤ ਹੋ ਰਹੀ ਹੈ ਚਿਮਨੀ 'ਚੋਂ ਨਿਕਲਣ 'ਤੇ। ਕਿਉਂਕਿ ਲੋਕ ਦੂਜੇ ਨੂੰ ਦੇਖ ਰਹੇ ਨੇ। ਉਹ ਜਿਸ ਆਦਮੀ ਨੇ ਕਾਲੇ ਕੱਪੜੇ ਪਹਿਨੇ ਹੋਏ ਹਨ ਉਹ ਮਜ਼ੇ ਨਾਲ ਘਰੇ ਚਲਾ ਗਿਆ, ਕਿਉਂਕਿ ਉਹਨੇ ਦੇਖਿਆ ਹੈ ਗਜ਼ਬ ਦੀ ਚਿਮਨੀ ਹੈ, ਇੰਨੀ ਕਾਲਖ, ਪਰ ਨਿਸ਼ਾਨ ਇੱਕ ਵੀ ਨਹੀਂ ਆਇਆ, ਕਿਉਂਕਿ ਹਰ ਆਦਮੀ ਦੂਜੇ ਨੂੰ ਦੇਖ ਰਿਹਾ ਹੈ। ਠੀਕ ਕਿਹਾ ਬਾਲ ਸੈਨ ਨੇ, ਹਰ ਆਦਮੀ ਦੂਜੇ ਨੂੰ ਦੇਖ ਰਿਹਾ ਹੈ, ਉਸੇ ਆਧਾਰ 'ਤੇ ਆਪਣੇ ਨਿਰਣੇ ਲੈ ਰਿਹਾ ਹੈ। ਤੁਸੀਂ ਦੇਖ ਰਹੇ ਹੋ ਦੂਜੇ ਦਾ ਸੁੱਖ, ਦੁਖੀ ਹੋ ਰਹੇ ਹੋ, ਉਸ ਦੇ ਆਧਾਰ 'ਤੇ ਨਿਰਣਾ ਲੈ ਰਹੇ ਹੋ। ਦੇਖੋ ਦੂਜੇ ਦਾ ਸੁੱਖ, ਤੁਸੀਂ ਸੁਖੀ ਹੋਣਾ ਸ਼ੁਰੂ ਹੋ ਜਾਓਗੇ, ਕਿਉਂਕਿ ਤਦ ਤੁਹਾਨੂੰ ਆਪਣਾ ਦੁੱਖ ਦਿਖਾਈ ਨਹੀਂ ਪਏਗਾ। ਨਾ ਸਿਰਫ ਦੇਖਣਾ ਦੂਜੇ ਦਾ ਸੁੱਖ, ਦੂਜੇ ਦੇ ਸੁੱਖ ਵਿੱਚ ਉਸਤਵ ਵੀ ਮਨਾਉਣਾ, ਖੁਸ਼ੀ ਵੀ ਮਨਾਉਣਾ। ਇਹ ਜਰਾ ਹੋਰ ਅੱਗੇ ਵਧਾਉਣਾ ਹੈ। ਜਿਹੜਾ ਆਦਮੀ ਦੂਜੇ ਦੇ ਸੁੱਖ ਵਿੱਚ ਉਸਤਵ ਮਨਾ ਸਕਦਾ ਹੈ, ਉਸ ਦੇ ਸੁੱਖ ਦੇ ਅਵਸਰ ਦੀ ਕਮੀ ਨਹੀਂ ਰਹੇਗੀ। ਉਸ ਨੂੰ ਹਰ ਪਲ ਸੁੱਖ ਦਾ ਅਵਸਰ ਮਿਲੇਗਾ, ਖੁਸ਼ੀ ਮਿਲੇਗੀ। ਉਸਤਵ ਮਨਾਇਆ ਜਾ ਸਕਦਾ ਹੈ, ਕਿਉਂਕਿ ਤਦ ਹਜ਼ਾਰ ਕਰੋੜ ਅਰਬ ਲੋਕਾਂ ਦੇ ਸੁੱਖ, ਤਦ ਤੁਹਾਡੀ ਸੰਪੱਤੀ, ਸਾਰਿਆਂ ਦੇ ਸੁੱਖ ਤੁਹਾਡੀ ਮਲਕੀਅਤ ਬਣ ਗਈ। ਅਜਿਹੀ ਮਨੋਦਿਸ਼ਾ ਹੋਵੇ ਤਾਂ ਆਪਣੇ ਦੁੱਖ ਨੂੰ ਸਵੀਕਾਰ ਕਰਨ ਵਿੱਚ ਅੜਚਨ ਨਹੀਂ ਆਏਗੀ। ਸੱਚ ਤਾਂ ਇਹ ਹੈ, ਉਹ ਅਲੋਪ ਹੋ ਜਾਏਗਾ। ਕਦੀ ਕਦੀ ਜੇ ਆਏਗਾ ਵੀ ਤਾਂ ਸਵਾਦ ਬਦਲਣ ਦਾ ਕੰਮ ਕਰੇਗਾ, ਉਸ ਵਿੱਚ ਵੀ ਰਸ ਆਏਗਾ। ਕਦੀ ਕਦੀ ਦੁੱਖ ਬੁਰਾ ਨਹੀਂ ਹੁੰਦਾ, ਉਸ ਨਾਲ ਜਰਾ ਸਵਾਦ ਬਦਲਦਾ ਹੈ। ਜਿਵੇਂ ਕੋਈ ਮਠਿਆਈ ਹੀ ਮਠਿਆਈ ਖਾਵੇ ਤਾਂ ਤਕਲੀਫ ਹੋ ਜਾਂਦੀ ਹੈ, ਰਤਾ ਨਮਕੀਨ ਚੰਗਾ ਰਹਿੰਦਾ ਉਦੋਂ। ਉਵੇਂ ਉਵੇਂ ਸੁੱਖ ਦੇ ਦਰਮਿਆਨ ਥੋੜ੍ਹਾ ਜਿਹਾ ਦੁੱਖ ਨਵੀਂ ਤਾਜ਼ਗੀ ਦੇ ਜਾਂਦਾ ਹੈ। ਸੁੱਖ ਨੂੰ ਮਹਿਸੂਸ ਕਰਨ ਲਈ ਜੀਭ ਫਿਰ ਤਿਆਰ ਹੋ ਜਾਂਦੀ ਹੈ। ਆਪਣੇ ਦੁੱਖ ਦੇ ਪ੍ਰਤੀ ਕਠੋਰ, ਦੂਜੇ ਦੇ ਸੁੱਖ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਅਜਿਹਾ ਜੋ ਸਾਧ ਲੈਂਦਾ ਹੈ, ਉਹ ਇਸ ਜਗਤ ਦੇ ਬਾਹਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਜਗਤ ਫਿਰ ਤੁਹਾਨੂੰ ਘੇਰ ਨਹੀਂ ਸਕੇਗਾ। ਹੰਕਾਰ ਦੇ ਨਾਗਪਾਸ਼ ਤੋਂ ਬਚਣ ਦੇ ਲਈ ਆਪਣੀ ਆਤਮਾ ਨੂੰ ਕਠੋਰ ਬਣਾ, ਉਸ ਨੂੰ ਵਜਰ ਆਤਮਾ ਨਾ ਪਾਉਣ ਦੇ ਯੋਗ ਬਣਾ, ਕਿਉਂਕਿ ਜਿਸ ਤਰ੍ਹਾਂ ਧਰਤੀ ਦੇ ਧੜਕਦੇ ਹਿਰਦੇ ਦੀ ਗਹਿਰਾਈ ਵਿੱਚ ਗੱਡਿਆ ਪਿਆ ਹੀਰਾ ਧਰਤੀ ਦੇ ਪ੍ਰਕਾਸ਼ ਦੀਆਂ ਕਿਰਨਾਂ ਨੂੰ ਝੁਕਾ ਨਹੀਂ ਪਾਉਂਦਾ ਹੈ, ਉਸੇ ਤਰ੍ਹਾਂ ਤੇਰਾ ਮਨ ਅਤੇ ਆਤਮਾ ਹੈ। ਧਿਆਨ ਮਾਰਗ ਵਿੱਚ ਡੁੱਬ ਕੇ ਉਸ ਨੂੰ ਵੀ ਮਾਇਆ ਦੇ ਜਗਤ ਦੀ ਭੁਲੇਖੇ ਭਰੀ ਸ਼ੂਨਿਅਤਾ ਨੂੰ ਝਲਕਾਉਣਾ ਨਹੀਂ ਚਾਹੀਦਾ। ਇਸ ਜਗਤ ਦੇ ਸਾਰੇ ਹੀ ਨਿਯਮ ਭੁਲੇਖੇ ਭਰੇ ਹਨ। ਜਿਵੇਂ ਕੋਈ ਹੀਰਾ ਜ਼ਮੀਨ ਵਿੱਚ ਗੱਡਿਆ ਪਿਆ ਹੋਵੇ, ਉਸ ਜ਼ਮੀਨ ਵਿੱਚ ਗੱਡੇ ਹੋਏ ਹੀਰੇ ਵਿੱਚ ਫਿਰ ਸੂਰਜ ਦੀ ਕੋਈ ਕਿਰਨ ਅਕਸ ਨਹੀਂ ਬਣਦਾ। ਐਵੇਂ ਹੀ ਤੂੰ ਵੀ ਧਿਆਨ ਵਿੱਚ ਖੁਦ ਨੂੰ ਗੱਡ ਲੈ, ਤਾਂ ਜੋ ਇਸ ਜਗਤ ਦੇ ਕੋਈ ਅਕਸ ਤੇਰੇ ਵਿੱਚ ਨਾ ਬਣਨ। ਜਗਤ ਦਾ ਕੋਈ ਪਰਛਾਵਾਂ ਤੈਨੂੰ ਨਾ ਘੇਰੇ, ਜਗਤ ਦੇ ਨਿਯਮ ਤੈਨੂੰ ਅੰਦੋਲਿਤ ਨਾ ਕਰਨ। ਤੂੰ ਆਪਣੇ ਹੀ ਧਿਆਨ ਦੇ ਨਿਯਮਾਂ ਵਿੱਚ ਜੀ ਅਤੇ ਉਹਨਾਂ ਵਿੱਚ ਹੀ ਡੁੱਬ, ਕਿਉਂਕਿ ਧਿਆਨ ਦੇ ਨਿਯਮ ਜਗਤ ਦੇ ਨਿਯਮ ਤੋਂ ਬਿਲਕੁਲ ਉਲਟ ਹਨ।
ਆਸ ਹੈ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਨਾਲ ਹੀ ਚੈਨਲ ਨੂੰ ਸਪੋਰਟ ਵੀ ਕਰੋ। ਧੰਨਵਾਦ ਜੀ।